ਇੱਥੋਂ ਦਾ ਕਿਸਾਨ ਇੱਕ ਛੋਟੀ ਜੀ ਸਾਡੀ ਅਗਰ ਆਵਾਜ਼ ਵੀ ਜਾਂਦੀ ਹੈ ਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇੱਥੇ ਨਿਕਲ ਕੇ ਆਏ ਨੇ। ਬੜੇ ਵੱਡੇ ਪ੍ਰੋਗਰਾਮ ਹੀ ਇਸ ਕਿੱਛਾ ਹੋਏ, ਰੁਦਰਪੁਰ ਜਾਂ ਆਸੇ-ਪਾਸੇ ਬੇੜੀ ਦੇ ਸੰਗਤ ਹੋਏ, ਬੜੇ ਵੱਡੇ ਪ੍ਰੋਗਰਾਮ ਇੱਥੇ ਹਮੇਸ਼ਾ ਹੋਏ ਨੇ। ਜਥੇਬੰਦੀਆਂ ਅੱਡ ਹੋ ਸਕਦੀਆਂ ਨੇ ਪਰ ਸਾਡਾ ਮੋਟਿਵ ਇੱਕ ਹੈ, ਸਾਡਾ ਸੰਘਰਸ਼ ਇੱਕ ਹੈ ਤੇ ਪੂਰੇ ਨੌਜਵਾਨਾਂ ਨੇ ਲੱਗ ਕੇ ਵੱਡੀ ਗਿਣਤੀ 'ਚ ਅੱਜ ਕਿੱਛਾ ਮੰਡੀ 'ਚ ਲਗਭਗ ਨਹੀਂ ਤੇ ਕਈ ਹਜ਼ਾਰ ਸਾਡੇ ਨੌਜਵਾਨ ਸਾਡੇ ਤਰਾਈ ਕਿਸਾਨ ਸੰਗਠਨ ਦੇ ਹੋਣ, ਭਾਰਤੀ ਕਿਸਾਨ ਯੂਨੀਅਨ ਦੇ ਹੋਣ ਜਾਂ ਚੁੜਨੀ ਗਰੁੱਪ ਦੇ ਹੋਣ ਜਾਂ ਹੋਰ ਜਿਹੜਾ ਕਿਸਾਨ ਸਭਾ, ਕਈ ਜਥੇਬੰਦੀਆਂ ਦੇ ਅੱਜ ਨੌਜਵਾਨ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਜੇ ਉਹ 5 ਸਤੰਬਰ ਦਾ ਪ੍ਰੋਗਰਾਮ ਆ ਰਿਹਾ ਉਹਦੇ ਵਿੱਚ ਕੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਨਵੀਂ ਦਿਸ਼ਾ ਤੈਅ ਹੋਏਗੀ ਜਿਹੜਾ ਕਿਸਾਨ ਅੰਦੋਲਨ ਚੱਲ, ਕਿਉਂਕਿ 7-8 ਮਹੀਨੇ ਹੋ ਗਏ ਨੇ, ਸ਼ਹਾਦਤਾਂ ਹੋ ਗਈਆਂ ਨੇ, ਕੋਈ ਸਰਕਾਰਾਂ ਸੁਣ ਨਹੀਂ ਰਹੀਆਂ, ਕੋਈ ਵੱਡਾ ਫੈਸਲਾ ਲਿਆ ਜਾਏਗਾ, ਇਸ ਤਰ੍ਹਾਂ ਦੇ ਮੈਸੇਜ ਆ ਰਹੇ ਨੇ। ਸਾਡੀ ਕੋਈ ਪਾਰਟੀ ਨਹੀਂ, ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦਾ ਏਜੰਡਾ ਹੋਏਗਾ ਚੁਣਾਵ ਲੜਨਾ। ਇਸ ਕਿਸਾਨੀ ਸੰਘਰਸ਼ ਦੀ ਆੜ ਦੇ ਵਿੱਚ ਬਹੁਤ ਸਾਰੇ ਲੋਕ ਕਿਸੇ ਪਾਇਦਾਨ ਤੇ ਚੜ੍ਹਨਾ ਚਾਹੁੰਦੇ ਹੋਣਗੇ, ਲੇਕਿਨ ਸਾਡੇ ਕਿਸਾਨ ਜਥੇਬੰਦੀਆਂ ਦਾ ਜਿੰਨੇ ਨੇ ਅਜੇ ਤੱਕ ਦੇ ਕਿਸੇ ਦਾ ਕੋਈ ਮੰਤਵ ਪਹਿਲਾ ਸੰਘਰਸ਼ ਹੈ। ਦੇਖੋ, ਜਿਹੜਾ ਅੰਨ ਖਾਂਦਾ ਹੈ ਔਰ ਜਿਹਦੀ ਜ਼ਮੀਰ ਜਾਗਦੀ ਹੈ ਉਹ ਤੇ ਨਾਲ, ਔਰ ਜਿਹਨੇ ਆਪਣੀ ਜ਼ਮੀਰ ਵੇਚ ਲਈ, ਗਿਰਵੀ ਰੱਖ ਲਈ, ਤੇ ਜਿਹੜਾ ਅੰਨ ਨੂੰ ਅੰਨ ਨਹੀਂ ਸਮਝਦਾ, ਜ਼ਮੀਰ ਵੇਚੀ ਫਿਰਦਾ, ਜਿਹੜਾ ਇਹ ਸਮਝਦਾ ਵੀ ਇਹਦਾ ਕੋਈ ਮਹੱਤਵ ਨਹੀਂ, ਉਹੋ ਜਿਹੇ ਬੰਦਿਆਂ ਦੀ ਗਿਣਤੀ ਨਹੀਂ ਕਰਦੇ ਅਸੀਂ। ਉਹ ਹੈ ਹੀ ਨਹੀਂ, ਕਿਤੇ ਗਿਣਤੀ ਜੀ ਸਾਡੇ ਨਹੀਂ ਹੈਗੇ। ਉਹ ਜਿਹੜਾ ਅੱਜ ਵੀ ਹੈ ਨਹੀਂ, ਜਿਹੜਾ ਕਿਸਾਨ ਨੇ ਖੜਿਆ ਉਹ ਕਿਤੇ ਵੀ ਨਹੀਂ ਖੜਿਆ, ਉਹਦਾ ਬੇੜਾ ਗਰਕ ਹੋ ਗਿਆ, ਉਹ ਖਤਮ ਹੈ। ਉੱਥੋਂ ਯੂਪੀ ਦੇ ਵਿੱਚ ਫਿਰ ਇੱਕ ਯੂਪੀ ਭਰ ਦੇਸ਼ ਭਰ ਦੇ ਕਿਸਾਨ ਆਉਣਗੇ, ਫਿਰ ਯੂਪੀ ਦੇ ਵੱਖ-ਵੱਖ ਇਲਾਕਿਆਂ 'ਚ 19 ਮਹਾ ਪੰਚਾਇਤਾਂ ਹੋ ਜਿਹੀਆਂ ਹੋਣਗੀਆਂ, ਔਰ ਫਿਰ ਕਿਸਾਨ ਸੜਕਾਂ ਤੇ ਆਉਣਗੇ। ਫਿਰ ਇਹਨਾਂ ਦੇ ਭਾਵੇਂ ਬੀਜੇਪੀ ਦੇ ਆਗੂ ਹੋਣ। 8-9 ਮਹੀਨੇ ਹੋ ਚੁੱਕੇ ਹਨ, ਤੁਸੀਂ ਹੁਣ ਜਾਂਦੇ ਇੱਕ ਗੱਲ ਇਹ ਦੱਸੋ ਕਿ ਕਿਸਾਨ ਅੰਦੋਲਨ ਦਾ ਭਵਿੱਖ ਤੁਸੀਂ ਕੀ ਵੇਖਦੇ ਹੋ? ਜੋ ਸੰਯੁਕਤ ਮੋਰਚਾ ਦਿਸ਼ਾ ਦੇਗਾ, ਜੋ ਡਾਇਰੈਕਸ਼ਨ ਦੇਗਾ, ਉਹ ਡਾਇਰੈਕਸ਼ਨ ਦੇ ਉੱਤੇ ਚੱਲਾਂਗੇ। ਜਿਹੜਾ ਨਹੀਂ ਚੱਲੇਗਾ ਉਹਦੇ ਉੱਤੇ ਕਾਰਵਾਈ ਸੰਯੁਕਤ ਮੋਰਚਾ ਕਰੇਗਾ, ਕੀਤੀਆਂ ਨੇ ਹੋਣਗੀਆਂ। ਨਹੀਂ, ਇਹਦੇ ਸਿਆਸਤ ਦੀ ਨਹੀਂ ਸਿਆਸਤ ਦੇ ਇਲਜ਼ਾਮ ਤੁਹਾਡੇ ਤੇ ਵੀ ਲੱਗ ਰਹੇ ਕਿ ਤੁਸੀਂ ਵੱਡੀ ਸਿਆਸਤ ਕਰ ਰਹੇ ਹੋ। ਇੰਦਰ ਸਿੰਘ ਚਾਵਲਾ ਸਿੱਖ ਸੰਗਤ ਨਿਊਜ਼ ਤੁਹਾਡਾ ਫੇਰ ਸਵਾਗਤ ਕਰਦਾ। ਅਸੀਂ ਇਸ ਵੇਲੇ ਮੌਜੂਦ ਹੈਗੇ ਆ ਉੱਤਰਾਖੰਡ ਦੇ ਕਿੱਛਾ ਦੇ ਵਿੱਚ। ਕੱਲ੍ਹ ਤੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਸਾਰੀਆਂ। ਰਾਕੇਸ਼ ਟਿਕੈਤ ਸਾਹਿਬ ਦਾ ਦੌਰਾ ਹੈਗਾ 2 ਦਿਨ ਦਾ। ਨਾਨਕ ਮੱਤਾ ਸਾਹਿਬ ਤੋਂ ਬਹੁਤ ਵੱਡੀ ਕਿਸਾਨ ਰੈਲੀ ਨਿਕਾਲੀ ਜਾ ਰਹੀ ਹੈ। ਕਿੱਛਾ ਦੇ ਵਿੱਚ ਬਹੁਤ ਵੱਡਾ ਸਵਾਗਤ ਹੈ। ਧਵਜਾਰੋਹਣ ਵੀ ਇੱਥੇ ਕੀਤਾ ਜਾਣਾ। ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਸਾਡੇ ਨਾਲ ਜੁੜੇ ਹੋਏ ਨੇ, ਕਿਸੇ ਪਰਿਚੈ ਦੇ ਮੁਹਤਾਜ ਨਹੀਂ, ਸਰਦਾਰ ਤਜਿੰਦਰ ਸਿੰਘ ਵਿਰਕ, ਤਰਾਈ ਕਿਸਾਨ ਯੂਨੀਅਨ ਦੇ ਅਧਿਕਸ਼। ਬਹੁਤ ਵੱਡੀ ਇਹਨਾਂ ਦੀ ਕੁਰਬਾਨੀ ਹੈ ਕਿਸਾਨ ਅੰਦੋਲਨ ਦੇ ਵਿੱਚ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਸਾਨਾਂ ਦਾ ਇਕੱਠ ਜਗ੍ਹਾ ਤੇ ਸਵਾਗਤ ਕਰਨ ਤਿਆਰ ਬੈਠਾ ਹੈ। ਅਸੀਂ ਪਿੱਛੋਂ ਦੀ ਜਦੋਂ ਆਏ ਹਾਂ, ਥਾਂ ਤੇ ਕੈਂਪ ਲੱਗੇ ਹੋਏ ਨੇ, ਉਹਨਾਂ ਦੀ ਸਵਾਗਤ ਤਿਆਰੀ ਕੀਤੀ ਜਾ ਰਹੀ ਹੈ। ਇੱਥੇ ਹੀ ਬੜੇ ਵੱਡੇ ਪੱਧਰ ਤੇ ਸਵਾਗਤ ਕੀਤਾ ਜਾਣਾ। ਇਹ ਜਿਹੜਾ 2 ਦਿਨੀ ਦੌਰਾ ਹੈ, ਇਹਦੇ ਵਿੱਚ ਕੀ ਸਮਝਿਆ ਜਾਏ? ਇਹਨੂੰ ਚੋਣਾਂ ਦੇ ਲਈ ਅੱਗੇ ਹੈਗਾ ਆ, ਉਹਦੇ ਲਈ ਦੌਰਾ ਮੰਨਿਆ ਜਾਏ, ਜਾਂ ਪ੍ਰਸ਼ਾਸਨ ਨੂੰ, ਸ਼ਾਸਨ ਨੂੰ, ਸਰਕਾਰਾਂ ਨੂੰ ਚੇਤਾਵਨੀ ਹੈ? ਇਹ ਮਤਲਬ ਕਿਸ ਤਰ੍ਹਾਂ ਦਾ ਇਹਨੂੰ ਤੁਸੀਂ ਦੇਖਦੇ ਹੋ? ਦੇਖੋ, ਦੋਵੇਂ ਚੀਜ਼ਾਂ ਨਹੀਂ ਹੈਗੀਆਂ, ਨਾ ਤੇ ਚੁਣਾਵੀ ਕੋਈ ਏਜੰਡਾ ਹੈ ਔਰ ਨਾ ਹੀ ਕਿਤੇ ਪ੍ਰਸ਼ਾਸਨ ਨੂੰ ਚੇਤਾਵਨੀ ਹੈ। ਇਹ ਕਿਸਾਨਾਂ ਦੇ ਵਿੱਚ ਕਿਸਾਨ ਲੀਡਰ ਨੇ ਹਮੇਸ਼ਾ ਪਹਿਲੇ ਦਿਨ ਤੋਂ ਲੈ ਕੇ ਜਦੋਂ ਵੀ ਕਿਸਾਨਾਂ ਦੇ ਕਿਤੇ ਲੋੜ ਪਈ ਹੈ, ਕਿਸਾਨਾਂ ਦੇ ਵਿੱਚ ਗਏ ਆ, ਔਰ ਅਗਰ ਸਾਨੂੰ ਬਾਰਡਰ 'ਤੇ ਜ਼ਰੂਰਤ ਪਈ ਹੈ ਤਾਂ ਕਿਸਾਨ ਸਾਡੇ ਵਿੱਚ ਆਏ ਨੇ। ਉਸੇ ਕ੍ਰਮ ਵਿੱਚ ਇਹ ਦੌਰਾ ਹੈ। ਮੱਥਾ ਟੇਕਣ ਨਾਨਕ ਮੱਤਾ ਸਾਹਿਬ ਆਏ ਸੀ, ਔਰ ਕਿਸਾਨਾਂ ਨੇ ਜਗ੍ਹਾ ਤੇ ਇੱਕ ਆਪਣਾ ਨੇਤਾ ਆ ਰਿਹਾ, ਲੀਡਰ ਹੈ, ਰਾਸ਼ਟਰੀ ਲੀਡਰ ਨੇ, ਸਾਡੇ ਕਿਸਾਨ ਮੋਰਚੇ ਦੇ ਆਗੂਆਂ 'ਚੋਂ ਇੱਕ ਆਗੂ ਨੇ, ਔਰ ਉਹਨਾਂ ਦਾ ਜਗ੍ਹਾ ਤੇ ਲੋਕਾਂ ਨੇ ਵੈਲਕਮ ਕਰ ਰਹੇ ਨੇ। ਉਸ ਪ੍ਰੋਗਰਾਮ ਦਾ ਹਿੱਸਾ ਹੈ। ਉਸੇ ਕੜੀ 'ਚ ਅੱਜ 15 ਅਗਸਤ ਦਾ ਦਿਨ ਹੈ। ਪੂਰੇ ਦੇਸ਼ ਨੂੰ ਅਸੀਂ ਸਭ ਤੋਂ ਪਹਿਲਾਂ ਇਸ ਪਰਵ ਦੀ ਵਧਾਈ ਵੀ ਦੇਣਾ ਚਾਹੁੰਦੇ ਹਾਂ ਕਿ ਅੱਜ ਅਸੀਂ ਆਜ਼ਾਦੀ ਦਾ ਪਰਵ ਮਨਾ ਰਹੇ ਹਾਂ। ਔਰ ਉਹਨੂੰ ਸੰਯੁਕਤ ਮੋਰਚੇ ਨੇ ਇੱਕ ਅੱਜ ਨਾਮ ਦਿੱਤਾ ਹੈ, ਇਹ ਕਿਸਾਨ ਮਜ਼ਦੂਰ ਆਜ਼ਾਦੀ ਸੰਘਰਸ਼ ਦਿਵਸ ਦੇ ਰੂਪ ਵਿੱਚ। ਪੂਰੇ ਦੇਸ਼ ਦੇ ਵਿੱਚ, ਦੇਸ਼ ਦੀਆਂ ਮੰਡੀਆਂ ਹੋਣ, ਤਹਿਸੀਲਾਂ ਹੋਣ, ਬਲਾਕ ਹੋਣ ਜਾਂ ਪਿੰਡ ਹੋਣ, ਉੱਥੇ ਅੱਜ ਐਲਾਨ ਹੈ ਕਿ ਆਪਾਂ ਜਿਹੜਾ ਸਾਡਾ ਤਿਰੰਗਾ ਰਾਸ਼ਟਰੀ ਧਵਜ ਹੈ ਉਹਨੂੰ ਆਪਾਂ ਫਹਿਰਾਉਣਾ ਵੀ ਹੈ, ਔਰ ਇੱਕ ਆਜ਼ਾਦੀ ਦੇ ਰੂਪ ਵਿੱਚ ਪਰਵ ਮਨਾਉਣਾ ਹੈ। ਉਸੇ ਕੜੀ 'ਚ ਅੱਜ ਦਾ ਇਹ ਦਿਨ ਆ ਗਿਆ ਵਿੱਚ, ਔਰ ਜਗ੍ਹਾ ਤੇ ਲੋਕਾਂ ਦੇ ਉਤਸ਼ਾਹ ਵੀ। ਅੱਜ ਕਿੱਛਾ ਮੰਡੀ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਬਾਕੀ ਜਗ੍ਹਾਵਾਂ 'ਤੇ ਪ੍ਰੋਗਰਾਮ ਨਹੀਂ, ਲੇਕਿਨ ਸਾਡਾ ਇਲਾਕਾ ਸੀ, ਇਸ ਇਲਾਕੇ ਦੇ ਵਿੱਚ ਕਿਉਂਕਿ ਲਗਾਤਾਰ ਪਿਛਲੇ 5-7 ਸਾਲ ਤੋਂ ਸੰਘਰਸ਼ ਕਰਦੇ ਹਾਂ। ਤੁਸੀਂ ਵੇਖਿਆ ਕਿੱਛਾ ਹੋਏ ਮੰਡੀ, ਗਦਰਪੁਰ ਹੋਏ, ਰੁਦਰਪੁਰ, ਬਿਲਾਸਪੁਰ, ਇੱਥੋਂ ਦਾ ਕਿਸਾਨ ਇੱਕ ਛੋਟੀ ਜੀ ਸਾਡੀ ਅਗਰ ਆਵਾਜ਼ ਵੀ ਜਾਂਦੀ ਹੈ ਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇੱਥੇ ਨਿਕਲ ਕੇ ਆਏ ਨੇ। ਬੜੇ ਵੱਡੇ ਪ੍ਰੋਗਰਾਮ ਹੀ ਇਸ ਕਿੱਛਾ ਹੋਏ, ਰੁਦਰਪੁਰ ਜਾਂ ਆਸੇ-ਪਾਸੇ ਬੇੜੀ ਦੇ ਸੰਗਤ ਹੋਏ, ਬੜੇ ਵੱਡੇ ਪ੍ਰੋਗਰਾਮ ਇੱਥੇ ਹਮੇਸ਼ਾ ਹੋਏ ਨੇ।
ਅੱਜ ਸਾਨੂੰ ਪਤਾ ਲੱਗਾ ਕੱਲ ਸਾਡੇ ਅਸੀਂ ਗਾਜੀਪੁਰ ਸਾਹਿਬ ਵੀ ਸਾਡੇ ਇਲਾਕੇ ਦੇ ਵਿੱਚ ਟਕੈਤ ਸਾਹਿਬ ਦਾ ਪ੍ਰੋਗਰਾਮ ਹੈ ਤੇ ਅਸੀਂ ਆਪਣੇ ਨੌਜਵਾਨਾਂ ਨੂੰ ਅਪੀਲ ਕੀਤੀ ਵੀ ਆਪਾਂ ਇਹ ਸੰਯੁਕਤ ਮੋਰਚੇ ਦੀ ਕਾਲ ਤੇ ਉੱਤੇ ਸਾਰੇ ਨੇਤੇ ਭਾਵੇਂ ਕੋਈ ਵੀ ਹੋਣ, ਸਾਡਾ ਕੋਈ ਜਥੇਬੰਦੀਆਂ ਅੱਡ ਹੋ ਸਕਦੀਆਂ ਨੇ ਪਰ ਸਾਡਾ ਮੋਟਿਵ ਇੱਕ ਹੈ, ਸਾਡਾ ਸੰਘਰਸ਼ ਇੱਕ ਹੈ ਤੇ ਪੂਰੇ ਨੌਜਵਾਨਾਂ ਨੇ ਲੱਗ ਕੇ ਵੱਡੀ ਗਿਣਤੀ 'ਚ ਅੱਜ ਕਿੱਛਾ ਮੰਡੀ 'ਚ ਲਗਭਗ ਨਹੀਂ ਤੇ ਕਈ ਹਜ਼ਾਰ ਸਾਡੇ ਨੌਜਵਾਨ ਸਾਡੇ ਤਰਾਈ ਕਿਸਾਨ ਸੰਗਠਨ ਦੇ ਹੋਣ, ਭਾਰਤੀ ਕਿਸਾਨ ਯੂਨੀਅਨ ਦੇ ਹੋਣ ਜਾਂ ਚੁੜਨੀ ਗਰੁੱਪ ਦੇ ਹੋਣ ਜਾਂ ਹੋਰ ਕਿਸਾਨ ਸਭਾ ਕਈ ਜਥੇਬੰਦੀਆਂ ਦੇ ਅੱਜ ਨੌਜਵਾਨ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਔਰ ਇੱਕ ਯਾਤਰਾ ਦੇ ਰੂਪ 'ਚ ਇਹਨੂੰ ਇੱਕ ਅਸੀਂ ਅੱਜ ਦਿੱਤਾ ਹੈ ਕਿ ਅਸੀਂ ਯਾਤਰਾ ਜਾਏਗੀ ਅੱਜ ਕਾਸ਼ੀਪੁਰ ਤੱਕ। ਜਗ੍ਹਾ ਜਗ੍ਹਾ ਤੇ ਲੋਕ ਸਵਾਗਤ ਵੀ ਕਰ ਰਹੇ ਨੇ ਔਰ ਇੱਕ ਇਹਦੇ ਨਾਲ ਕਿਸਾਨਾਂ ਦੇ ਵਿੱਚ ਸਹਿਜ ਜੀ ਯਾਤਰਾਵਾਂ ਦੇ ਨਾਲ ਨੇਤਿਆਂ ਦੇ ਜਾਣ ਨਾਲ ਆਉਣ ਨਾਲ ਇੱਕ ਇੰਟਰੈਕਸ਼ਨ ਪੈਦਾ ਹੁੰਦਾ ਹੈ। ਇੱਕ ਜਿਹੜਾ ਆਗਾਮੀ 5 ਸਤੰਬਰ ਦਾ ਜਿਹੜਾ ਪ੍ਰੋਗਰਾਮ ਆ ਰਿਹਾ ਮੁਜ਼ੱਫਰਨਗਰ ਦਾ ਕਿ ਉਹਦੇ ਲਈ ਵੀ ਅਵੇਅਰਨੈਸ ਕੀਤੀ ਜਾ ਰਹੀ ਹੈ। ਉਹਦੇ ਲਈ ਅਪੀਲ ਕਰ ਰਹੇ ਹਾਂ ਅਸੀਂ ਤਾਂ ਕਈ ਦਿਨ ਤੋਂ ਲੱਗੇ ਹਾਂ, ਲਗਭਗ ਸਾਨੂੰ 1 ਮਹੀਨਾ ਹੋ ਗਿਆ। ਅਸੀਂ ਲਗਭਗ ਹੁਣ ਤੱਕ 250-300 ਪਿੰਡਾਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਜਾ ਚੁੱਕੇ ਹਾਂ। ਜੇ ਉਹ 5 ਸਤੰਬਰ ਦਾ ਪ੍ਰੋਗਰਾਮ ਆ ਰਿਹਾ ਉਹਦੇ ਵਿੱਚ ਕੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਨਵੀਂ ਦਿਸ਼ਾ ਤੈਅ ਹੋਏਗੀ ਆ ਜਿਹੜਾ ਕਿਸਾਨ ਅੰਦੋਲਨ ਚੱਲ, ਕਿਉਂਕਿ 7-8 ਮਹੀਨੇ ਹੋ ਗਏ ਨੇ, ਸ਼ਹਾਦਤਾਂ ਹੋ ਗਈਆਂ ਨੇ, ਕੋਈ ਸਰਕਾਰਾਂ ਸੁਣ ਨਹੀਂ ਰਹੀਆਂ, ਕੋਈ ਵੱਡਾ ਫੈਸਲਾ ਲਿਆ ਜਾਏਗਾ, ਇਸ ਤਰ੍ਹਾਂ ਦੇ ਮੈਸੇਜ ਆ ਰਹੇ ਨੇ, ਇਹਦੇ 'ਚ ਕੀ ਕਰਨਾ ਚਾਹੀਦਾ? ਨਹੀਂ, ਫੈਸਲਾ ਤਾਂ ਸਰਕਾਰ ਦੇ ਖਿਲਾਫ ਲੜਨ ਦਾ ਬੜੇ ਦਿਨਾਂ ਤੋਂ ਹੈ। ਪਿਛਲੇ 9 ਮਹੀਨੇ ਤੋਂ ਆਵਾਜ਼ ਵੀ ਆਪਾਂ ਸਰਕਾਰ ਦੇ ਖਿਲਾਫ ਲੜਨਾ ਹੈ। ਹੁਣ ਯੂਪੀ ਔਰ ਉੱਤਰਾਖੰਡ ਦੇ ਵਿੱਚ ਅੰਦੋਲਨ ਉਸ ਤਰ੍ਹਾਂ ਨਾਲ ਨਹੀਂ ਸੀ ਜਿਸ ਤਰ੍ਹਾਂ ਦੀ ਧਾਰ ਹਰਿਆਣੇ ਔਰ ਪੰਜਾਬ ਸੀ। ਉਹੀ ਧਾਰ ਅੰਦੋਲਨ ਨੂੰ ਹੁਣ ਹਰਿਆਣੇ ਤੇ ਪੰਜਾਬ ਯੂਪੀ ਔਰ ਉੱਤਰਾਖੰਡ 'ਚ ਕਿਵੇਂ ਦਿੱਤੀ ਜਾਏ, ਇਹਨੂੰ ਲੈ ਕੇ ਸਾਡੇ ਸੰਯੁਕਤ ਮੋਰਚੇ ਦੀ ਜਿਹੜੀ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ, ਏਜੰਡਾ ਤੈਅ ਹੋ ਚੁੱਕਾ ਹੈ ਔਰ ਹੁਣ ਉਹਨੂੰ 5 ਤਰੀਕ ਨੂੰ ਉਹਦਾ ਸ਼ੁਰੂਆਤ ਹੈ। ਉੱਥੋਂ ਯੂਪੀ ਦੇ ਵਿੱਚ ਫਿਰ ਇੱਕ ਯੂਪੀ ਭਰ ਦੇਸ਼ ਭਰ ਦੇ ਕਿਸਾਨ ਆਉਣਗੇ, ਫਿਰ ਯੂਪੀ ਦੇ ਵੱਖ-ਵੱਖ ਇਲਾਕਿਆਂ 'ਚ 19 ਮਹਾਂ ਪੰਚਾਇਤਾਂ ਹੋ ਜਿਹੀਆਂ ਹੋਣਗੀਆਂ ਔਰ ਫਿਰ ਕਿਸਾਨ ਸੜਕਾਂ ਤੇ ਆਉਣਗੇ। ਫਿਰ ਇਹਨਾਂ ਦੇ ਭਾਵੇਂ ਬੀਜੇਪੀ ਦੇ ਆਗੂ ਹੋਣ, ਭਾਵੇਂ ਕੋਈ ਸਰਕਾਰ ਦੇ ਨੁਮਾਇੰਦੇ ਹੋਣ, ਜੋ ਵੀ ਹੋਏ ਉਹਨਾਂ ਨੂੰ ਫਿਰ ਪੰਜਾਬ ਹਰਿਆਣੇ ਦੀ ਤਰਜ਼ ਤੇ ਅੱਗੇ ਲਾਇਆ ਜਾਏਗਾ। ਜੇ ਇਹ ਕਹਿ ਸਕਦੇ ਹਾਂ ਮਿਸ਼ਨ ਯੂਪੀ ਵੱਲ ਵੀ ਫੋਕਸ ਹੈਗਾ ਕਿਸਾਨਾਂ ਦਾ। ਮਿਸ਼ਨ ਯੂਪੀ ਦਾ ਮਤਲਬ ਹੈ ਕਿ ਚੁਣਾਵ ਮਿਸ਼ਨ ਨਹੀਂ, ਨਹੀਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਕਿਸਾਨਾਂ ਦਾ ਸਾਰਾ ਫੋਕਸ ਜਿਹੜਾ ਯੂਪੀ ਜਿਹੜੇ ਇਲੈਕਸ਼ਨ ਹੈਗੇ ਨੇ ਯੂਪੀ ਵਿੱਚ ਉਹ ਤੇ ਸਿੱਧਾ ਬੀਜੇਪੀ ਨੂੰ ਬੀਜੇਪੀ ਨੂੰ ਹਰਾਉਣ ਦਾ ਬੀਜੇਪੀ ਸਰਕਾਰ 'ਚ ਅਗਰ ਕਾਂਗਰਸ ਜਾਂ ਹੋਰ ਕੋਈ ਹੁੰਦੀ ਤਾਂ ਹੋ ਸਕਦਾ ਉਹਨੂੰ ਹਰਾਉਣ ਦੀ ਵੀ ਗੱਲ ਕਰਦੇ। ਸਾਡੀ ਕੋਈ ਪਾਰਟੀ ਨਹੀਂ, ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦਾ ਏਜੰਡਾ ਹੋਏਗਾ ਚੁਣਾਵ ਲੜਨਾ। ਇਸ ਕਿਸਾਨੀ ਸੰਘਰਸ਼ ਦੀ ਆੜ ਦੇ ਵਿੱਚ ਬਹੁਤ ਸਾਰੇ ਲੋਕ ਕਿਸੇ ਪਾਇਦਾਨ ਤੇ ਚੜ੍ਹਨਾ ਚਾਹੁੰਦੇ ਹੋਣਗੇ, ਲੇਕਿਨ ਸਾਡੇ ਕਿਸਾਨ ਜਥੇਬੰਦੀਆਂ ਦਾ ਜਿੰਨੇ ਨੇ ਅਜੇ ਤੱਕ ਦੇ ਕਿਸੇ ਦਾ ਕੋਈ ਮੰਤਵ ਪਹਿਲਾ ਸੰਘਰਸ਼ ਹੈ। ਸੰਘਰਸ਼ ਜਿੱਦਣ ਜਿੱਤ ਕੇ ਆ ਜਾਣਗੇ, ਜਿੱਦਣ ਕਿਸਾਨ ਕਾਨੂੰਨ ਵਾਪਸ ਕਰਾ ਕੇ ਆ ਜਾਣਗੇ, ਉਸ ਤੋਂ ਬਾਅਦ ਜਥੇਬੰਦੀਆਂ ਕੀ ਫੈਸਲਾ ਲੈਣਗੀਆਂ ਉਹ ਉਹਨਾਂ ਦਾ ਆਪਣਾ ਮੰਤਵ ਹੈ। ਲੇਕਿਨ ਅਜੇ ਸੰਯੁਕਤ ਮੋਰਚੇ ਦੇ ਨਾਲ ਆ, ਜੋ ਸੰਯੁਕਤ ਮੋਰਚਾ ਦਿਸ਼ਾ ਦੇਗਾ, ਜੋ ਡਾਇਰੈਕਸ਼ਨ ਦੇਗਾ ਉਹ ਡਾਇਰੈਕਸ਼ਨ ਦੇ ਉੱਤੇ ਚੱਲਾਂਗੇ। ਜਿਹੜਾ ਨਹੀਂ ਚੱਲੇਗਾ ਉਹਦੇ ਉੱਤੇ ਕਾਰਵਾਈ ਸੰਯੁਕਤ ਮੋਰਚਾ ਕਰੇਗਾ, ਕੀਤੀਆਂ ਨੇ ਹੋਣਗੀਆਂ। ਇੱਕ ਚੀਜ਼ ਹੋਰ, 8-9 ਮਹੀਨੇ ਹੋ ਗਏ ਨੇ, ਆਮ ਜਨਮਾਨਸ ਦਾ ਸਮਰਥਨ ਕਿਉਂ ਨਹੀਂ ਮਿਲ ਪਾ ਰਿਹਾ? ਦੇਖਿਆ ਜਾਏ ਥੋੜਾ ਜਿਹਾ ਜਿਵੇਂ ਦੇਖਣ ਨੂੰ ਮਿਲਦਾ ਹੈ, ਜਿਵੇਂ ਜੀ ਚਾਵਲਾ ਦਾ ਤੋੜ ਹੀ ਮਿਲਿਆ, ਭਾਰਤ ਬੰਦ ਕੀਤਾ ਲੋਕਾਂ ਨੇ ਆਪ ਬੰਦ। ਵੇਖੋ ਵਪਾਰੀ ਵਰਗ ਭਾਵੇਂ ਜੇ ਸਮਰਥਨ ਨਾ ਮਿਲਦਾ, ਗਾਜੀਪੁਰ ਸਿੰਘੂ ਬਾਰਡਰ ਤੇ ਲੋਕ ਬੈਠੇ ਨੇ, ਲੋਕ ਨਿਕਲ ਕੇ ਆ ਜਾਂਦੇ ਸਾਡੀ ਸੜਕਾਂ ਖਾਲੀ ਕਰੋ। ਲੋਕਾਂ ਦਾ ਸਮਰਥਨ ਸਾਇਲੈਂਟ ਹੈ। ਜੇ ਸਾਇਲੈਂਟ ਸਮਰਥਨ ਨਾ ਹੁੰਦਾ ਯੂਪੀ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਬੁਰੀ ਤਰ੍ਹਾਂ ਕਿਵੇਂ ਹਾਰਦੀ। ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਕੀ ਲੱਗਦਾ ਕਰਕੇ ਮੰਨ ਲਓ ਓਪਨਲੀ ਨਹੀਂ ਆ ਰਹੇ ਤੇ ਅੰਦਰ ਖਾਤੇ ਕਿਤੇ ਨਾ ਕਿਤੇ ਪੂਰੀ ਸਪੋਰਟ। ਦੇਖੋ ਜਿਹੜਾ ਅੰਨ ਖਾਂਦਾ ਹੈ ਔਰ ਜਿਹਦੀ ਜ਼ਮੀਰ ਜਾਗਦੀ ਹੈ ਉਹਦੇ ਨਾਲ, ਔਰ ਜਿਹਨੇ ਆਪਣੀ ਜ਼ਮੀਰ ਵੇਚ ਲਈ, ਗਿਰਵੀ ਰੱਖ ਲਈ, ਜਿਹੜਾ ਅੰਨ ਨੂੰ ਅੰਨ ਨਹੀਂ ਸਮਝਦਾ, ਅੰਨ ਤੇ ਰੱਬ ਦਾ ਰੂਪ ਹੈ, ਤੇ ਜਿਹੜਾ ਅੰਨ ਨੂੰ ਅੰਨ ਨਹੀਂ ਸਮਝਦਾ ਜ਼ਮੀਰ ਵੇਚੀ ਫਿਰਦਾ, ਜਿਹੜਾ ਇਹ ਸਮਝਦਾ ਵੀ ਇਹਦਾ ਕੋਈ ਮਹੱਤਵ ਨਹੀਂ, ਉਹੋ ਜਿਹੇ ਬੰਦਿਆਂ ਦੀ ਗਿਣਤੀ ਨਹੀਂ ਕਰਦੇ ਅਸੀਂ। ਉਹ ਹੈ ਹੀ ਨਹੀਂ ਕਿਤੇ ਗਿਣਤੀ ਜੀ ਸਾਡੇ ਨਹੀਂ ਹੈਗੇ। ਉਹ ਜਿਹੜਾ ਅੱਜ ਵੀ ਹੈ ਨਹੀਂ, ਜਿਹੜਾ ਕਿਸਾਨ ਨੇ ਖੜਿਆ ਉਹ ਕਿਤੇ ਵੀ ਨਹੀਂ ਖੜਿਆ, ਉਹਦਾ ਬੇੜਾ ਗਰਕ ਹੋ ਗਿਆ, ਉਹ ਖਤਮ ਹੈ। ਉਹਦੀ ਕੋਈ ਗਿਣਤੀ ਕਿਸਾਨਾਂ 'ਚ ਵੀ ਨਹੀਂ ਤੇ ਨਾ ਸਮਾਜ 'ਚ ਹੈ। ਉਹ ਬਿਲਕੁਲ ਸਮਝੋ ਆਪਣੇ ਆਪ ਨੂੰ ਅੱਜ ਫੋਟੋਆਂ ਲਾ ਕੇ ਭਲੇ ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਅਸਤਿਤਵ ਮਹਿਸੂਸ ਕਰ ਰਹੇ ਨੇ, ਲੇਕਿਨ ਲੋਕਾਂ ਦੀ ਨਿਗਾਹ 'ਚ ਉਹ ਖਤਮ ਹੈ। 8-9 ਮਹੀਨੇ ਹੋ ਚੁੱਕੇ ਹਨ। ਤੁਸੀਂ ਹੁਣ ਜਾਂਦੇ ਇੱਕ ਗੱਲ ਇਹ ਦੱਸੋ ਕਿ ਕਿਸਾਨ ਅੰਦੋਲਨ ਦਾ ਭਵਿੱਖ ਤੁਸੀਂ ਕੀ ਵੇਖਦੇ ਹੋ? ਅਸੀਂ ਜਾ ਨਹੀਂ ਰਹੇ, ਅਸੀਂ ਆ ਰਹੇ ਹਾਂ। ਅਸੀਂ ਤੇ ਆ ਰਹੇ ਹਾਂ ਕਿਸਾਨਾਂ ਦੇ ਵਿੱਚ ਲਗਾਤਾਰ। ਅਸੀਂ ਪ੍ਰੋਗਰਾਮ ਦੇ ਰਿਗਾਰਡਿੰਗ ਵੇਖ ਕੇ ਲੋਕ ਇਸ ਕਿਸਾਨੀ ਅੰਦੋਲਨ ਤੋਂ ਸਿਆਸਤ ਦੀ ਪੌੜੀ ਨਾ ਚੜਨ। ਨਹੀਂ ਇਹਦੇ ਸਿਆਸਤ ਦੀ ਨਹੀਂ ਸਿਆਸਤ ਦੇ ਇਲਜ਼ਾਮ ਤੁਹਾਡੇ ਤੇ ਵੀ ਲੱਗ ਰਹੇ ਕਿ ਤੁਸੀਂ ਵੱਡੀ ਸਿਆਸਤ ਕਰ ਰਹੇ ਹੋ। ਇਹ ਇਲਜ਼ਾਮ ਲੱਗਣਗੇ ਜੀ, ਇਹ ਤੇ ਪਿਛਲਾ ਇਤਿਹਾਸ ਦੱਸੇਗਾ। ਇਹ ਲੋਕਾਂ ਦਾ ਅਸੀਂ ਤੇ ਆਨੇ ਆ ਲੋਕਾਂ ਦਾ ਅੱਜ 1 ਸਾਲ ਹੋ ਗਿਆ। 1 ਸਾਲ ਪਹਿਲਾਂ ਕੌਣ ਖੜਾ ਸੀ ਕਿਸਾਨੀ ਅੰਦੋਲਨ ਲਈ, 2 ਸਾਲ ਪਹਿਲਾਂ ਕੌਣ ਖੜਾ ਸੀ ਅੰਦੋਲਨ ਲਈ, 3 ਸਾਲ ਪਹਿਲਾਂ ਕੌਣ ਖੜਾ ਸੀ ਕਿਸਾਨੀ ਅੰਦੋਲਨ ਲਈ, ਇਹ ਲੋਕ ਜਾਣਦੇ ਨੇ।
ਲੋਕ ਬੋਲਦੇ ਨੇ, ਕੰਮ ਬੋਲਦਾ ਹੈ ਲੋਕਾਂ ਦਾ, ਲੋਕਾਂ ਦੇ ਅਹੁਦੇ, ਲੋਕਾਂ ਦੇ ਅੱਜ ਲੋਕ ਖੜੇ ਨੇ। ਠੀਕ ਹੈ, ਵੈਲਕਮ ਹੈ, ਲੋਕ ਆਏ ਨੇ, ਸਵਾਗਤ ਹੈ, ਲੇਕਿਨ ਇਹ ਨਹੀਂ ਕਿ ਆਪਾਂ ਕਿਸਾਨਾਂ ਦੀ ਧੌਣ ਵੱਢ ਕੇ ਆਪਣਾ ਉੱਲੂ ਸਿੱਧਾ ਕਰੀਏ, ਫਿਰ ਕਿਸਾਨ ਮਾਫ ਨਹੀਂ ਕਰੇਗਾ। ਜੇ ਕਿਸਾਨਾਂ ਨਾਲ ਕਿਤੇ ਦਗਾ ਕਰੋਗੇ ਤਾਂ ਫਿਰ ਕਿਸਾਨ, ਹੋ ਸਕਦਾ ਮੈਂ ਛੋਟੇ ਟਾਈਮ ਲਈ ਕੋਈ ਅਹੁਦਾ ਲੈ ਜਾ, ਹੋ ਸਕਦਾ ਛੋਟੇ ਟਾਈਮ ਲਈ ਮੈਨੂੰ ਕੋਈ ਪ੍ਰਾਪਤੀ ਹੋ ਜਾਏ, ਲੇਕਿਨ ਲੰਮੇ ਸਮੇਂ ਲਈ ਅਗਰ ਲੋਕਾਂ ਦੇ ਵਿੱਚ ਰਹਿਣਾ ਹੈ, ਫਿਰ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ। ਭਾਵੇਂ ਕਿਸਾਨ 10 ਰਹਿ ਜਾਣ ਤੇ ਭਾਵੇਂ ਹਜ਼ਾਰਾਂ ਰਹਿ ਜਾਣ, ਕਿਸਾਨਾਂ ਨਾਲ ਖਲੋਣਾ ਪੈਣਾ ਹੈ। ਲੇਕਿਨ ਇਹ ਭਰਮ ਕੱਢ ਦੇਣ ਕਿ ਕਿਸਾਨ ਜਿਹੜੇ ਨੇ ਮੂਰਖ ਨੇ, ਕਿਸਾਨ ਅਨਪੜ੍ਹ ਨੇ, ਕਿਸਾਨ ਸਭ ਕੁਝ ਜਾਣਦੇ, ਕੌਣ ਕੀ ਕਰ ਰਿਹਾ, ਕੌਣ ਕੀ ਨਹੀਂ ਕਰ ਰਿਹਾ, ਇਹ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ। ਔਰ ਕਿਹੜੇ ਆਗੂ ਕੀ ਕਰ ਰਹੇ ਨੇ, ਕਿਹੜੇ ਇਮਾਨਦਾਰੀ ਨਾਲ ਚੱਲ ਰਹੇ ਨੇ, ਕਿਹੜੇ ਸਿਆਸਤ ਕਰ ਰਹੇ ਨੇ ਦੇਸ਼ ਦੇ, ਇਹ ਇਲਾਕੇ ਦੇ ਕਿਸਾਨ ਸਭ ਜਾਣਦੇ। ਸੋ ਬਹੁਤ ਬਹੁਤ ਧੰਨਵਾਦ ਤਜਿੰਦਰ ਸਿੰਘ ਵੀਰ ਜੀ ਦਾ, ਜਿਨ੍ਹਾਂ ਨੇ ਇਸ਼ਾਰੇ ਦੇ ਵਿੱਚ ਜਿਨ੍ਹਾਂ ਨੂੰ ਟਾਰਗੇਟ ਕੀਤਾ ਹੈ ਉਹ ਸਾਰੇ ਤੁਸੀਂ ਜਾਣਦੇ ਹੋ। ਨਾਮ ਭਾਵੇਂ ਨਹੀਂ ਲਿਆ, ਲੇਕਿਨ ਸਾਰਾ ਇਹਨਾਂ ਦੀ ਮਨਸ਼ਾ ਆਪਾਂ ਜਾਣ ਸਕਦੇ ਕਿ ਕਿਹਨਾਂ ਨੂੰ ਟਾਰਗੇਟ ਕੀਤਾ। ਸੋ ਧੰਨਵਾਦ ਕਰਦੇ ਹਾਂ ਜਿਹੜੇ ਕਿ ਬਹੁਤ ਹੀ ਜੁਝਾਰੂ, ਬਹੁਤ ਹੀ ਐਕਟਿਵ, ਜੋਸ਼ ਭਰ ਕੇ ਰੱਖ ਦਿੰਦੇ ਨੇ ਇੱਥੇ ਦੇ ਕਿਸਾਨਾਂ ਵਿੱਚ। ਅਸੀਂ ਪਿਛਲੇ ਦਿਨੀ ਵੇਖਿਆ ਗਾਜੀਪੁਰ ਬਾਰਡਰ ਤੇ ਜੋ ਇਹਨਾਂ ਦਾ ਯੋਗਦਾਨ ਰਿਹਾ ਇੱਥੇ ਦੇ ਕਿਸਾਨਾਂ ਨੂੰ ਉੱਥੇ ਲਿਜਾਣ ਦਾ, ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਸੋ ਫਤਿਹ ਦੀ ਅਰਜ਼ ਕਰਕੇ ਇੱਥੇ ਹੀ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।